हाँ जी, वाहिगुरू जी का खालसा वाहिगुरू जी की फतेह। मैं शुरू ਵਿੱਚ TRC ਚੈਨਲ ਦੀ ਸਮੁੱਚੀ ਟੀਮ ਦਾ ਜਗਤਾਰ ਸਿੰਘ ਕਢਾਣੀ ਦਾ ਇੱਥੇ ਪਹੁੰਚਣ 'ਤੇ ਜਿੱਥੇ ਉਹਨਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਉੱਥੇ ਉਹਨਾਂ ਦਾ ਬਹੁਤ-ਬਹੁਤ ਹਾਰਦਿਕ ਸਵਾਗਤ। ਸੋ ਅੱਜ ਚੈਨਲ ਜਰੀਏ ਸੰਗਤਾਂ ਦੇ ਰੂਰੂ ਹੋਣ ਦਾ ਜਰੀਆ ਇਹ ਆ ਕਿ ਭੂਆ ਰਾਣੀ ਨਗਰ ਕਢਾਣੀ ਕਲਾਂ ਦੀਆਂ ਸੰਗਤਾਂ ਹਰ ਸਾਲ ਜਾਂਦੀਆਂ ਨੇ। ਉਸ ਦੇ ਸੰਬੰਧ ਵਿੱਚ ਵਿਸਤਾਰ ਵਿੱਚ ਕੁਝ ਜਾਣਕਾਰੀ ਦੇਣਾ ਚਾਹੁੰਦੇ ਅਸੀਂ। ਸੋ 19 ਅਗਸਤ 2022 शुक्रवार भाव 8वें वाले दिन भूआ सती संगतां कढाणी खुरद तो ते कढाणी कलां तो पिंड चहला नेड़े अमलो भूआ सती जी के पवित्र अस्थानां ते चौंकियां भरन जांदियां ने। ये भूआ राणी जी के पवित्र अस्थानां ते चौंकियां भरन की जिहड़ी प्रथा ये तकरीबन सदियां तो चली आ रही आ। सो बजुर्गों कोलों मिली जानकारी अनुसार भूआ राणी मठारू गोतियां दे विचों होई आ। जदों भूआ राणी पिंड चहला मंगी गई तां मंगण तो बाद विआह तो पहलां फुੱਫੜ जी जिन्हां नूं भूआ जी मंगे होए सी उन्हां दी छप्प दे डंगण कारण दसन कारण मौत हो गई सी। सो जदों फुੱਫੜ जी दी मौत होई तां उस समय भूआ जी कढाणी नगर दे विच सहेलियां दे नाल तरिंजणां दे विच चरखा कत रही सी। ਤਾਂ उस समय एक कौतक ये वरत्या जदों तरिंजणां दे विच लड़कियां बैठियां ने भूआ जी चरखा कत रहे ने तां एक कुत्ता आया। उस कुत्ते दे गल विच एक रस्सी पाई हुई सी। रस्सी दे नाल एक चिट्ठी बन्नी हुई सीगी। वो चिट्ठी लैके कुत्ता तरिंजणां दे विच लड़कियां दे लवे घुमदा रहा। सो सारियां लड़कियां देख रही सी। गौर नाल वेखण तो बाद लड़कियां ने कहा भी ये कुत्ता अपने आले दुआले घूमी जा रहा। तां भूआ जी उठ के कुत्ते दे कोल गए ਤਾਂ ਉਹ ਕੁੱਤਾ ਭੂਆ ਜੀ ਦੇ ਚਰਨਾਂ 'ਚ ਸਿਰ ਰੱਖ ਕੇ ਬੈਠ ਗਿਆ। ਤਾਂ ਭੂਆ ਜੀ ਨੇ ਉਸ ਕੁੱਤੇ ਦੇ ਸਿਰ 'ਤੇ ਹੱਥ ਫੇਰ ਕੇ ਚਿੱਠੀ ਜੋ ਉਸ ਦੇ ਗਲ ਵਿੱਚ ਪਾਈ ਹੋਈ ਸੀ ਉਹ ਖੋਲ੍ਹੀ। ਉਸ ਚਿੱਠੀ ਨੂੰ ਪੜ੍ਹ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪਤੀ ਦੀ ਮੌਤ ਹੋ ਗਈ ਆ। ਇਹ ਸਾਰੀ ਕਹਾਣੀ ਇਹ ਸਾਰਾ ਬਿਰਤਾਂਤ ਭੂਆ ਜੀ ਨੇ ਸਹੇਲੀਆਂ ਨੂੰ ਦੱਸਿਆ। ਸਹੇਲੀਆਂ ਨੂੰ ਦੱਸਣ ਤੋਂ ਬਾਅਦ ਭੂਆ ਜੀ ਆਪਣੇ ਘਰ ਜਾ ਕੇ ਮਾਤਾ ਪਿਤਾ ਨੂੰ ਇਹ ਸਾਰੀ ਗੱਲ ਦੱਸਦੇ ਨੇ। ਉਸ ਤੋਂ ਬਾਅਦ ਇਹ ਭੂਆ ਜੀ ਦਾ ਜਿਹੜਾ ਪਰਿਵਾਰ ਸੀ ਇਹ ਮਿਸਤਰੀ ਪਰਿਵਾਰ ਸੀਗਾ। ਮਠਾੜੂ ਗੋਤੀਆਂ ਦੇ ਵਿੱਚੋਂ ਸੀ। ਲੱਕੜੀ ਦਾ ਕੰਮ ਕਰਦੇ ਹੋਣ ਕਰਕੇ ਘਰ ਇੱਕ ਰੇੜਾ ਖੜਾ ਸੀਗਾ। ਸੋ ਭੂਆ ਜੀ ਨੇ ਬਜ਼ੁਰਗਾਂ ਨੂੰ ਕਿਹਾ ਆਪਣੇ ਸਤਿਕਾਰਯੋਗ ਪਿਤਾ ਜੀ ਨੂੰ ਕਿਹਾ ਵੀ ਪਿੰਡ ਦੇ ਵਿੱਚੋਂ ਛੋਟੇ ਛੋਟੇ 2 ਬਸੜੂ ਲਿਆਓ। ਛੋਟੇ ਛੋਟੇ ਉਹਨਾਂ ਦੇ ਪਿਤਾ ਜੀ 2 ਬਸੜੂ ਲਿਆਏ। ਉਹਨਾਂ ਨੇ ਰੇੜੇ ਨੂੰ ਜੋੜਿਆ। ਰੇੜੇ ਨੂੰ ਜੋੜ ਕੇ ਰੇੜੇ ਦੇ ਵਿੱਚ ਬੈਠ ਕੇ ਭੂਆ ਜੀ ਚਹਿਲਾਂ ਪਿੰਡ ਨੂੰ ਚੱਲ ਪਏ। ਨਾਲ ਹੀ ਮਾਤਾ ਪਿਤਾ ਤੁਰ ਪਏ ਤੇ ਹੋਰ ਸਾਕ ਸੰਬੰਧੀ ਵੀ ਤੁਰ ਪਏ। ਜਦੋਂ ਪਿੰਡ ਚਹਿਲਾਂ ਪਹੁੰਚੇ ਭੂਆ ਜੀ ਤਾਂ ਇਹਨਾਂ ਨੂੰ 1 ਕਿਲੋਮੀਟਰ ਦੀ ਦੂਰੀ ਤੋਂ ਹੀ ਫੁੱਫੜ ਜੀ ਦਾ ਸਿਵਾ ਬਲਦਾ ਵਿਖ ਗਿਆ ਸੀ। ਤਾਂ ਉੱਥੇ ਹੀ ਭੂਆ ਜੀ ਨੇ ਮਾਤਾ ਪਿਤਾ ਨੂੰ ਕਿਹਾ ਸੰਗਤ ਨੂੰ ਕਿਹਾ ਵੀ ਇੱਥੇ ਹੀ ਰੁਕ ਜਾਵੋ। ਤੇ ਭੂਆ ਜੀ ਨੇ ਸਾਰਿਆਂ ਨੂੰ ਬੇਨਤੀ ਕਰੀ ਵੀ ਮੇਰੀ ਚਿਖਾ ਇੱਥੇ ਹੀ ਤਿਆਰ ਕਰ ਦਿਓ। ਚਿਖਾ ਤਿਆਰ ਕਰਨ ਤੋਂ ਬਾਅਦ ਭੂਆ ਜੀ ਨੇ ਨਗਰ ਕਢਾਣੀ ਨੂੰ ਕਈ ਵਾਰ ਦਿੱਤੇ। ਵਰ ਦੇਣ ਤੋਂ ਬਾਅਦ ਜਦੋਂ ਚਿਖਾ ਤਿਆਰ ਹੋ ਗਈ ਤਾਂ ਉਸ ਤੋਂ ਬਾਅਦ ਭੂਆ ਜੀ ਅਗਨ ਭੇਟ ਹੋ ਗਏ। ਸੋ ਹਰ ਸਾਲ 8ਵੇਂ ਵਾਲੇ ਦਿਨ ਸੰਗਤਾਂ ਨਗਰ ਕਢਾਣੀ ਖੁਰਦ ਕਢਾਣੀ ਕਲਾਂ ਤੋਂ ਵੱਡੀ ਗਿਣਤੀ ਵਿੱਚ ਸਾਰੀਆਂ ਸੰਗਤਾਂ ਰਾਤ ਨੂੰ ਜਾਂਦੀਆਂ ਨੇ। ਰਾਤ ਨੂੰ ਚੌਂਕੀ ਭਰਨ ਤੋਂ ਬਾਅਦ ਸਵੇਰੇ ਵੀ ਚੌਂਕੀ ਭਰਦੀਆਂ ਨੇ ਮੱਥਾ ਟੇਕਦੀਆਂ ਨੇ। ਉਸ ਤੋਂ ਬਾਅਦ ਸੰਗਤਾਂ ਫੁੱਫੜ ਜੀ ਦੀ ਜਗ੍ਹਾ 'ਤੇ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਨੂੰ ਚਾਲੇ ਪਾਉਂਦੀਆਂ ਨੇ। ਸੋ ਅੱਜ ਮੈਂ ਇਹ ਵੀ ਦੱਸ ਦੇਵਾਂ ਪੁਰਾਣੇ ਸਮਿਆਂ ਦੇ ਵਿੱਚ ਤਾਂ ਸਿਰਫ 2 ਕਢਾਣੀ ਦੀਆਂ ਸੰਗਤਾਂ ਜਾਂਦੀਆਂ ਸੀ ਭੂਆ ਜੀ ਦੇ। ਅੱਜ ਪੰਜਾਬ ਪੱਧਰ ਤੋਂ ਸੰਗਤਾਂ ਇਹਨਾਂ ਦੇ ਪਵਿੱਤਰ ਅਸਥਾਨਾਂ 'ਤੇ ਸਜਦਾ ਕਰਦੀਆਂ ਨੇ। ਸੋ ਸਵੇਰੇ ਜਿਹੜੀਆਂ ਨਗਰ ਕਢਾਣੀ ਕਲਾਂ ਦੀਆਂ ਸੰਗਤਾਂ ਵਾਪਸ ਆ ਜਾਂਦੀਆਂ ਨੇ। ਸੋ ਸਾਰਾ ਦਿਨ ਪੰਜਾਬ ਪੱਧਰ ਤੋਂ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਉਹ ਭੂਆ ਜੀ ਦੇ ਪਵਿੱਤਰ ਅਸਥਾਨਾਂ 'ਤੇ ਸਜਦਾ ਕਰਦੀਆਂ ਨੇ ਆਪਣੀਆਂ ਮੰਨਤਾਂ ਮਨਵਾਉਂਦੀਆਂ ਨੇ। ਸੋ ਇਸ ਤਰ੍ਹਾਂ ਸੋ ਜਿਹੜੀ ਨਗਰ ਕਢਾਣੀ ਕਲਾਂ ਦੀ ਸੰਗਤ ਆ ਇਹ ਤਾਂ ਇੱਕ ਸੋਗ ਮਨਾਉਣ ਜਾਂਦੀ ਆ। ਜਦੋਂ ਕਿ ਜਿਹੜੀ ਹੋਰ ਸੰਗਤ ਆ ਉਹ ਇੱਕ ਮੇਲੇ ਦਾ ਰੂਪ ਦੇ ਚੁੱਕੀ ਆ ਇਸ ਅਸਥਾਨ ਨੂੰ। ਸੋ ਸੰਗਤਾਂ ਮੈਂ ਇੱਕ ਬੇਨਤੀ ਵੀ ਕਰਦਾ ਚੈਨਲ ਦੇ ਜ਼ਰੀਏ ਕਿ ਇੱਥੋਂ ਦੀ ਜਿਹੜੀ ਮਰਿਆਦਾ ਉਸ ਨੂੰ ਜ਼ਰੂਰ ਬਰਕਰਾਰ ਰੱਖਿਆ ਜਾਵੇ। ਭੂਆ ਸਤੀ ਪਿੰਡ ਚਹਿਲਾਂ ਦੇ ਪਵਿੱਤਰ ਅਸਥਾਨਾਂ 'ਤੇ ਸੰਗਤਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੇ ਪੱਧਰ 'ਤੇ ਜਾ ਰਹੀਆਂ ਨੇ ਸਜਦਾ ਕਰਨ ਜਾ ਰਹੀਆਂ ਨੇ। ਸੋ ਨਗਰ ਕਢਾਣੀ ਦੀ ਦੋਨਾਂ ਕਢਾਣੀਆਂ ਦੀ ਸੰਗਤ ਆ ਜਿਹੜੀ ਉਹ ਬੜੀ ਸ਼ਰਧਾ ਭਾਵਨਾ ਨਾਲ ਪਵਿੱਤਰ ਅਸਥਾਨਾਂ 'ਤੇ ਭੂਆ ਦੇ ਜਾਂਦੀਆਂ ਨੇ।
ਸੋ ਮਠਾੜੂ ਗੋਤ ਦੇ ਵਿੱਚੋਂ ਹੋਣ ਕਰਕੇ ਭੂਆ ਜੀ ਦੇ ਉਹਨਾਂ ਦੇ ਗੋਤ ਵਿੱਚੋਂ ਅੱਜ ਸਾਡੇ ਨਾਲ ਜਗਦੇਵ ਸਿੰਘ ਲਾਲੀ ਜੀ ਖੜ੍ਹੇ ਨੇ ਕਢਾਣੀ ਕਲਾਂ ਤੋਂ, ਅਤੇ ਛੋਟੀ ਕਢਾਣੀ ਤੋਂ ਗਿਆਨੀ ਜੀ ਖੜ੍ਹੇ ਨੇ ਮੇਰੇ ਨਾਲ। ਸੋ ਇਹਨਾਂ ਨੂੰ ਵੱਧ ਜਾਣਕਾਰੀ ਆ ਇਸ ਭੂਆ ਸਤੀ ਜੀ ਦੇ ਜਿਹੜਾ ਇਤਿਹਾਸ ਆ। ਸੋ ਮੈਂ ਬੇਨਤੀ ਵੀ ਕਰਦਾ ਵੀ ਅਗਰ ਭੂਆ ਰਾਣੀ ਬਾਰੇ ਕਿਸੇ ਕੋਲ ਕੋਈ ਇਤਿਹਾਸ ਪਿਆ ਹੋਵੇ, ਕੋਈ ਗੱਲ ਲੁਕੀ ਛੁਪੀ ਜਿਹੜੀ ਸਾਡੇ ਕੋਲ ਨਹੀਂ ਪਹੁੰਚੀ, ਉਹ ਜ਼ਰੂਰ TRC ਚੈਨਲ ਦੇ ਜ਼ਰੀਏ ਇਹ ਸਾਡੇ ਕੋਲ ਪਹੁੰਚਦੀ ਕੀਤੀ ਜਾਵੇ, ਤਾਂ ਕਿ ਅਸੀਂ ਉਹ ਜਿਹੜੀ ਜਾਣਕਾਰੀ ਆ ਇਹਨਾਂ ਤੋਂ ਲੈ ਕੇ ਅੱਗੇ TRC ਚੈਨਲ ਦੇ ਜ਼ਰੀਏ ਸੰਗਤਾਂ ਤੱਕ ਪਹੁੰਚਦੀ ਕਰ ਸਕੀਏ। ਸੋ ਨਗਰ ਕਢਾਣੀ ਦੀਆਂ ਜਿਹੜੀਆਂ ਸੰਗਤਾਂ ਨੇ, ਜਾਂ ਇੱਥੋਂ ਦੀਆਂ ਧੀਆਂ ਲਾ ਲਈਏ, ਜਾਂ ਇੱਥੋਂ ਜਿਹੜੀਆਂ ਨੋਹਾਂ ਆ ਰਹੀਆਂ ਨੇ, ਉਹ ਵੱਖ-ਵੱਖ ਪਿੰਡਾਂ 'ਚ ਵਿਆਹੀਆਂ ਜਾ ਰਹੀਆਂ ਨੇ, ਵੱਖ-ਵੱਖ ਪਿੰਡਾਂ ਤੋਂ ਨੋਹਾਂ ਇੱਥੇ ਆ ਰਹੀਆਂ ਨੇ। ਇਸ ਤਰ੍ਹਾਂ ਜਿਹੜਾ ਕਢਾਣੀ ਦਾ ਪਰਿਵਾਰ ਆ, ਭੂਆ ਦਾ ਪਰਿਵਾਰ ਆ, ਉਹ ਵੱਧਦਾ ਫੁੱਲਦਾ ਜਾ ਰਿਹਾ। ਸੋ ਇਸ ਕਰਕੇ ਇਹ ਅੱਜ ਪੰਜਾਬ ਪੱਧਰ 'ਤੇ ਜਿਹੜਾ ਭੂਆ ਜੀ ਦਾ ਦਿਨ ਆ, ਉਹਨਾਂ ਦੇ ਪਵਿੱਤਰ ਸਮਾਧ 'ਤੇ ਜੋ ਸੰਗਤ ਸਜਦਾ ਕਰਦੀ ਆ, ਇਹੀ ਕਾਰਨ ਆ ਕਿ ਪੰਜਾਬ ਪੱਧਰ ਤੋਂ ਸੰਗਤਾਂ ਵੱਡੀ ਪੱਧਰ 'ਤੇ ਇੱਥੇ ਹਾਜ਼ਰੀਆਂ ਭਰਦੀਆਂ ਨੇ, ਆਪਣੀਆਂ ਮੰਨਤਾਂ ਪੂਰੀਆਂ ਕਰਦੀਆਂ ਨੇ। ਸੋ ਜੋ ਵੀ ਸ਼ਰਧਾ ਭਾਵਨਾ ਬਣਦੀ ਆ ਸੰਗਤਾਂ ਦੀ, ਅੱਜ ਇੱਕ ਮੈਂ ਇਹ ਵੀ ਦੱਸ ਦੇਵਾਂ, ਇੰਨੀ ਕਿਰਪਾ ਭੂਆ ਜੀ ਦੀ, ਉੱਥੇ ਜਗ੍ਹਾ ਬਹੁਤ ਵੱਡੀ ਬਣ ਗਈ ਆ, ਖੁੱਲ੍ਹੀ ਡੁੱਲੀ ਜਗ੍ਹਾ ਬਣ ਗਈ ਆ, ਸ਼ੈੱਡ ਪੈ ਗਏ ਨੇ, ਲਾਈਟਾਂ ਲੱਗ ਗਈਆਂ ਨੇ, ਹਰ ਸਹੂਲਤ, ਕਿਸੇ ਵੀ ਤਰ੍ਹਾਂ ਦੀ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ। ਸੋ ਮੈਂ ਇਹੀ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਸੰਗਤਾਂ ਨਿਮਰਤਾ ਸਹਿਤ ਭੂਆ ਜੀ ਦੇ ਦਰਬਾਰ ਜਾ ਕੇ ਆਪਣੀਆਂ ਹਾਜ਼ਰੀਆਂ ਲਗਵਾਉਣ। ਇੰਨਾ ਕੁਝ ਕਹਿੰਦੇ ਹੋਏ ਖਿਮਾ ਜਾਚਕ ਭੂਆ ਜੀ ਦੀ ਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਗਦੇਵ ਸਿੰਘ ਲਾਲੀ ਮਠਾੜੂ ਭੂਆ ਸਤੀ ਦੇ ਠੁਲੇ ਦੇ ਵਿੱਚੋਂ ਮੌਜੂਦ ਹਾਂ। ਸਾਡੇ ਦਾਦੇ ਪੜਦਾਦੇ ਹੀ ਇਹ ਸੇਵਾ ਕਰਦੇ ਆ ਰਹੇ ਨੇ, ਅਤੇ ਜਦੋਂ ਭੂਆ ਰਾਣੀ ਸਤੀ ਹੋਈ ਆ, ਤਾਂ ਸਤੀ ਹੋਣ ਤੋਂ ਬਾਅਦ ਦੇ ਵਿੱਚ ਭੂਆ ਰਾਣੀ ਨੇ ਪਿੰਡ ਨੂੰ ਵਰ ਦਿੱਤੇ ਨੇ, ਅਤੇ ਜਿਹੜੇ ਨਾਲ ਪੰਡਿਤ ਜੀ ਗਏ ਤੀ ਉਹਨਾਂ ਨੂੰ ਦਾਨ ਲੈਣ ਲਈ ਕਿਹਾ, ਅਤੇ ਜੋ ਸਾਡੇ ਪਰਿਵਾਰ ਦੇ ਬਜ਼ੁਰਗ ਨਾਲ ਗਏ ਤੀ ਉਹਨਾਂ ਨੂੰ ਕਿਹਾ ਕਿ ਤੁਸੀਂ ਪਿੰਡ ਦੇ ਵਿੱਚੋਂ ਦਾਣੇ ਇਕੱਠੇ ਕਰਕੇ ਸਾਡੇ ਅਸਥਾਨਾਂ ਦੇ ਉੱਤੇ ਰੰਗ ਕਰਕੇ ਜਾਣਾ, ਕਿਉਂਕਿ ਉਹ ਜਿਹੜੀ ਜੋ ਵੀ ਸਾਡੀ ਸੇਵਾ ਚੱਲ ਰਹੀ ਆ, ਉਹ ਅਸੀਂ ਸਾਡੇ ਦਾਦੇ ਪੜਦਾਦਿਆਂ ਤੋਂ ਹੀ ਨਿਭਾ ਰਹੇ ਹਾਂ। ਕੋਈ ਉਹਦੇ ਵਿੱਚ ਗਿਰਾਵਟ ਨਹੀਂ ਆਉਣ ਦਿੱਤੀ, ਅਤੇ ਅਸੀਂ ਅੱਗੇ ਤੋਂ ਵੀ ਕੋਸ਼ਿਸ਼ ਕਰਦੇ ਹਾਂ ਵੀ ਇਹ ਸੇਵਾ ਚੱਲਦੀ ਰੱਖਾਂਗੇ। ਬਾਕੀ ਦੂਜੀ ਗੱਲ ਆ ਜੀ, ਭੂਆ ਰਾਣੀ ਦਾ ਸਭ ਨੂੰ ਇਤਿਹਾਸ ਬਾਰੇ ਪਤਾ, ਅਸੀਂ ਕੋਈ ਇਸ ਨੂੰ ਆਪਦੇ ਵਿਸ਼ੇ 'ਤੇ ਨਹੀਂ ਲੈਣਾ ਚਾਹੁੰਦੇ। ਅਤੇ ਜਦੋਂ ਵੀ ਭੂਆ ਰਾਣੀ ਜਾਣਾ ਤਾਂ ਅੱਠੇ ਵਾਲੇ ਦਿਨ ਜਾਂਦੇ ਆਪਾਂ। ਅੱਠੇ ਵਾਲੇ ਦਿਨ ਜਾ ਕੇ ਅਸੀਂ ਸਾਡਾ ਪਰਿਵਾਰ ਜਾ ਕੇ ਇਸ਼ਨਾਨ ਕਰਾਉਂਦਾ, ਅਤੇ ਇਸ਼ਨਾਨ ਕਰਾਉਣ ਤੋਂ ਬਾਅਦ ਦੇ ਵਿੱਚ 12 ਵਜੇ ਜਦੋਂ ਨੌਵੀਂ ਸ਼ੁਰੂ ਹੁੰਦੀ ਆ, ਤਾਂ 12 ਤੋਂ 2 ਵਜੇ ਦੇ ਵਿੱਚ ਅਸੀਂ ਭੂਆ ਰਾਣੀ ਦਾ ਦੁਬਾਰਾ ਇਸ਼ਨਾਨ ਕਰਾਉਂਦੇ ਹਾਂ। ਅਤੇ ਪਹਿਲਾਂ ਅੱਠੇ ਦਾ ਮੱਥਾ ਅਤੇ ਚੌਂਕੀਆਂ ਭਰੀਆਂ ਜਾਂਦੀਆਂ ਨੇ, ਉਸ ਤੋਂ ਬਾਅਦ ਦੇ ਵਿੱਚ ਨੌਵੀਂ ਦਾ ਮੱਥਾ ਟੇਕਿਆ ਜਾਂਦਾ। ਮੱਥਾ ਟੇਕਣ ਤੋਂ ਉਪਰੰਤ ਫਿਰ ਅਸੀਂ ਫੁੱਫੜ ਜੀ ਦੇ ਜਾਂਦੇ ਹਾਂ, ਫੁੱਫੜ ਜੀ ਦੇ ਪੱਗ ਚਾੜ੍ਹ ਕੇ ਆਉਂਦੇ ਹਾਂ ਅਤੇ ਬੂਟੇ ਲਾ ਕੇ ਆਉਂਦੇ ਹਾਂ। ਅਤੇ ਪਿੰਡ ਜੋ ਵੀ ਸਾਰਾ ਜਾ ਰਿਹਾ, ਅਤੇ ਰਿਸ਼ਤੇਦਾਰ ਜਾ ਰਹੇ ਨੇ, ਅਤੇ ਸਾਰਿਆਂ ਦੇ ਮਨੋਕਾਮਨਾ ਪੂਰੀਆਂ ਹੋ ਰਹੀਆਂ ਨੇ। ਅਤੇ ਭੂਆ ਰਾਣੀ ਨੇ ਹਜੇ ਤੱਕ ਵੀ ਕਿਸੇ ਨੂੰ ਨਿਰਾਸ਼ ਕਰਕੇ ਨਹੀਂ ਮੋੜਿਆ ਉੱਥੋਂ, ਅਤੇ ਹਰ ਬੰਦੇ ਦੀ ਮਨੋਕਾਮਨਾ ਪੂਰੀ ਹੋ ਰਹੀ ਆ। ਅਤੇ ਸਾਡੀ ਜੋ ਪਰੰਪਰਾ ਬਜ਼ੁਰਗਾਂ ਤੋਂ ਚੱਲਦੀ ਆ ਰਹੀ ਆ, ਉਹਨੂੰ ਅਸੀਂ ਨਿਭਾ ਰਹੇ ਹਾਂ। ਸਾਡੇ ਦਾਦਾ ਜੀ ਰਣੀਆ ਸਿੰਘ ਤੀ ਜੀ, ਸਾਡੇ ਬਾਬਾ ਜੀ ਸੰਤਾ ਸਿੰਘ ਤੀ, ਮੇਰੇ ਪਿਤਾ ਜੀ ਭਜਨ ਸਿੰਘ, ਅਤੇ ਹੁਣ ਮੈਂ ਅਤੇ ਮੇਰਾ ਵੀਰ ਜੀ ਅਤੇ ਬਲਜੀਤ ਵੀਰ ਜੀ, ਹੋਰ ਸਾਡੇ ਨਾਲ ਦੇ ਸਾਥੀ ਮੈਂਬਰ ਸਾਹਿਬਾਨ ਜਿਹੜੇ ਨੇ ਮਠਾੜੂ ਠੁਲੇ 'ਚੋਂ ਸਾਰੇ ਦਾਣੇ ਇਕੱਠੇ ਕਰਦੇ ਹਾਂ, ਕਰਕੇ ਸਾਰੇ ਹੀ ਰੰਗ ਕਰਨ ਜਾਂਦੇ ਹਾਂ। ਭੂਆ ਰਾਣੀ ਦੇ ਸਥਾਨ 'ਤੇ ਜੋ ਵੀ ਸੇਵਾ ਲੱਗਦੀ ਆ, ਉਸ ਨੂੰ ਅਸੀਂ ਸੇਵਾ ਨੂੰ ਪੂਰਾ ਚੰਗੀ ਤਰ੍ਹਾਂ ਨਿਭਾ ਰਹੇ ਹਾਂ। ਅਤੇ ਕਦੇ ਵੀ ਭੂਆ ਰਾਣੀ ਨੇ ਸਾਨੂੰ ਕਦੇ ਵੀ ਕੋਈ ਮਾੜੀ ਭਾਵਨਾ ਜਾਂ ਕਹਿ ਦਈਏ ਵੀ ਕੋਈ ਵੀ ਕਿਸੇ ਕਿਸਮ ਦੀ ਸਾਨੂੰ ਦਿੱਕਤ ਨਹੀਂ ਆਈ। ਭੂਆ ਰਾਣੀ ਦੀ ਸੇਵਾ ਕਰਦੇ ਰਹਾਂਗੇ ਅਤੇ ਕਰਦੇ ਰਹਾਂਗੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ। ਬਾਕੀ ਜੀ ਇੱਕ ਮੇਰੀ ਬੇਨਤੀ ਆ ਵੀ ਭੂਆ ਰਾਣੀ ਦੇ ਸਥਾਨਾਂ 'ਤੇ ਜਦੋਂ ਵੀ ਜਾਂਦੇ ਹਾਂ ਆਪਾਂ ਮੱਥਾ ਟੇਕਣ ਲਈ, ਤਾਂ ਉੱਥੇ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਕੇ ਜਾਣਾ ਚਾਹੀਦਾ, ਕਿਉਂਕਿ ਫਿਰ ਉਹਦੇ ਬਾਅਦ ਦੇ ਵਿੱਚ ਜਦੋਂ ਕੋਈ ਨੁਕਸਾਨ ਹੁੰਦਾ ਤਾਂ ਕੋਈ ਦੱਸਦਾ ਵੀ ਤੁਹਾਡਾ ਆਹ ਕਰਕੇ ਨੁਕਸਾਨ ਹੋਇਆ। ਅਤੇ ਮੇਰੀ ਇਹ ਹੱਥ ਬੰਨ੍ਹ ਕੇ ਬੇਨਤੀ ਆ ਵੀ ਭੂਆ ਰਾਣੀ ਦੇ ਸਥਾਨ 'ਤੇ ਕੋਈ ਵੀ ਵੀਰ ਨਸ਼ਾ ਕਰਕੇ ਨਾ ਜਾਵੇ, ਕਿਉਂਕਿ ਉੱਥੇ ਆਪਾਂ ਇੱਕ ਸੋਗ ਲੈ ਕੇ ਜਾ ਰਹੇ ਹਾਂ। ਚੌਂਕੀ ਭਰਨ ਜਾਂਦੇ ਹਾਂ ਭੂਆ ਰਾਣੀ ਦੀ, ਕਿਉਂਕਿ ਉਹ ਸਤੀ ਹੋਈ ਆ,
ਸਤੀ ਹੋਣ ਕਰਕੇ ਹੀ ਆਪਾਂ ਚੌਂਕੀ ਭਰਨ ਜਾਂਦੇ ਹਾਂ, ਨਾ ਕਿ ਕੋਈ ਮੇਲੇ ਦੇ ਰੂਪ ਵਿੱਚ। ਪਰ ਲੋਕ ਸਾਨੂੰ ਪੁੱਛ ਰਹੇ ਸੀ ਜਦੋਂ ਅਸੀਂ ਰੰਗ ਕਰਨ ਜਾਂਦੇ ਹਾਂ ਤਾਂ ਉੱਥੇ ਦੇ ਲੋਕ ਸਮਝਦੇ ਨੇ ਵੀ ਇਹ ਮੇਲਾ। ਇਹ ਸਾਨੂੰ ਕਈਆਂ ਨੇ ਸਵਾਲ ਕੀਤੇ ਨੇ ਉੱਥੇ ਵੀ ਇਹ ਮੇਲਾ। ਅਸੀਂ ਉਹਨਾਂ ਨੂੰ ਕਹਿੰਦੇ ਹਾਂ ਨਹੀਂ, ਵੀ ਸਾਡੀ ਭੂਆ ਰਾਣੀ ਦੀ ਅਸੀਂ ਚੌਂਕੀ ਭਰਨ ਆਉਂਦੇ ਹਾਂ। ਸਾਡਾ ਪਿੰਡ ਕਢਾਣੀ ਕਲਾ, ਛੋਟੀ ਕਢਾਣੀ, ਬੂਲ ਤੋਂ ਸੰਗਤ ਆ ਰਹੀ ਆ, ਕੈਂਟ ਤੋਂ ਆ ਰਹੀ ਆ, ਹੋਰ ਵੀ ਪਿੰਡਾਂ ਦੇ ਵਿੱਚੋਂ ਸੰਗਤ ਆ ਰਹੀ ਆ। ਸਾਡੀਆਂ ਜਿਹੜੀਆਂ ਭੈਣਾਂ ਨੇ ਬਾਹਰ ਵਿਆਹੀਆਂ ਨੇ ਉਹ ਵੀ ਆ ਰਹੀਆਂ ਨੇ। ਸਾਡੀਆਂ ਜਿਹੜੀਆਂ ਪਿੰਡ ਦੀਆਂ ਨੌਹਾਂ ਨੇ ਉਹਨਾਂ ਦੇ ਵੀ ਰਿਸ਼ਤੇਦਾਰ ਭੂਆ ਰਾਣੀ ਦੇ ਮੱਥਾ ਟੇਕਣ ਜਾਂਦੇ ਨੇ। ਅਤੇ ਜਦੋਂ ਵੀ ਕਦੇ ਵੀ ਇਹ ਜ਼ਰੂਰੀ ਨਹੀਂ ਹੈਗਾ ਵੀ ਜਿਵੇਂ ਆਪਾਂ 8 ਨੂੰ ਤਾਂ ਮੱਥਾ ਟੇਕਦੇ ਹਾਂ। ਅਤੇ ਦੂਜੀ ਗੱਲ ਜੀ, ਜਦੋਂ 14 ਦੇ ਦਿਨ ਭੂਆ ਰਾਣੀ ਦਾ ਆਪਾਂ ਮੱਥਾ ਟੇਕ ਕੇ ਆ ਸਕਦੇ ਹਾਂ। ਅਤੇ ਬਾਕੀ ਜੋ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ, ਹਰ ਇੱਕ ਨੂੰ ਪਤਾ ਇਸ ਦੀ ਇਤਿਹਾਸ ਦੀ ਅਸੀਂ ਪੂਰੀ ਜਾਣਕਾਰੀ ਨਹੀਂ ਕਰੈਕਟ ਦੱਸ ਸਕਦੇ। ਵੀ ਜੇ ਕਹੀਏ ਵੀ ਹਾਂ ਅਸੀਂ ਇਸ ਦੀ ਕਰੈਕਟ ਦੱਸ ਸਕਦੇ ਹਾਂ ਵੀ ਜਾਣਕਾਰੀ, ਵੀ ਇਹ ਸਭ ਨੂੰ ਪਤਾ। ਅਸੀਂ ਕਈ ਜਿਵੇਂ ਛੋਟੀ ਕਢਾਣੀ ਸਰਦਾਰ ਗੁਰਮੇਲ ਸਿੰਘ ਜੀ ਦੀ ਮਾਤਾ ਤੋਂ ਅਸੀਂ ਪੁੱਛਣਾ ਕੀਤਾ ਕਿਰਾਂ ਵੀ ਮਾਤਾ ਜੀ ਵੀ ਮੈਨੂੰ ਇੱਕ ਮੇਰੇ ਮਨ ਦਾ ਕੋਈ ਡਾਊਟ ਤੀ, ਉਹ ਮੈਂ ਕੱਢਣਾ ਚਾਹਿਆ। ਮੈਂ ਕਿਹਾ ਮਾਤਾ ਜੀ ਵੀ ਜਿਹੜੀ ਭੂਆ ਰਾਣੀ ਇਹ ਕਿਹਨਾਂ ਦੀ ਕੁੜੀ ਤੀ? ਅਤੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਭਾਈ ਮੈਂ ਆਪਣੀ ਸੱਸ ਤੋਂ ਸੁਣਦੀ ਆ ਰਹੀ ਹਾਂ ਕਿ ਉਹ ਮਿਸਤਰੀਆਂ ਦੀ ਕੁੜੀ ਤੀ, ਵੀ ਮਠਾੜੂ ਠੋਲੇ 'ਚੋਂ ਆ, ਵੀ ਉਹਦੇ ਵਿੱਚੋਂ ਅਸੀਂ ਮੌਜੂਦ ਹਾਂ। ਅਤੇ ਇੱਧਰ ਮੇਰੇ ਖੱਬੇ ਪਾਸੇ ਵੀਰ ਜੀ ਖੜ੍ਹੇ ਨੇ, ਬਲਜੀਤ ਸਿੰਘ ਜੀ, ਛੋਟੀ ਕਢਾਣੀ ਮਠਾੜੂ ਪਰਿਵਾਰ 'ਚੋਂ। ਅਤੇ ਇੱਧਰ ਵੀਰ ਜੀ ਮੇਰੇ ਬੰਤ ਸਿੰਘ ਜੀ ਖੜ੍ਹੇ ਨੇ, ਇਹ ਕਢਾਣੀ ਤੋਂ ਨੇ। ਇਹ ਬਹੁਤ ਚੰਗੀ ਤਰ੍ਹਾਂ ਇਤਿਹਾਸ ਬਾਰੇ ਜਾਣਕਾਰੀ ਲੈਂਦੇ ਰਹਿੰਦੇ ਨੇ ਅਤੇ ਇਤਿਹਾਸ ਜਾਗਰਤ ਕਰਦੇ ਰਹਿੰਦੇ ਨੇ। ਅਤੇ ਭੂਆ ਰਾਣੀ ਦੀ ਇੰਨੀ ਸ਼ਕਤੀ ਆ, ਅਤੇ ਭੂਆ ਰਾਣੀ ਨੇ ਅੱਜ ਤੱਕ ਸਾਡੇ ਪਿੰਡ ਦੇ ਵਿੱਚ 4 ਚੰਦ ਲਾਏ ਨੇ। ਅਤੇ ਸਭ ਨੂੰ ਪਤਾ ਜੋ ਵੀ ਉੱਥੇ ਜਾ ਕੇ ਆਪਦੀ ਸੁੱਖ ਰੱਖਦਾ, ਆਪਦੇ ਬੇਟੇ ਵਾਸਤੇ, ਬੇਟੀ ਵਾਸਤੇ, ਜਾਂ ਕੋਈ ਵੀ ਆਪਦੇ ਕਾਰੋਬਾਰ ਵਾਸਤੇ, ਉਹਦੀ ਤਰੱਕੀ ਹੁੰਦੀ ਆ। ਅਤੇ ਉਸੇ ਕਰਕੇ ਭੂਆ ਰਾਣੀ ਨੂੰ ਸਾਰੇ ਮੰਨਦੇ ਨੇ। ਅਤੇ ਦੂਜੀ ਗੱਲ ਜੀ, ਮੈਂ ਬੇਨਤੀ ਕਰਦਾ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਸਰਦਾਰ ਜਗਤਾਰ ਸਿੰਘ ਕਢਾਣੀ TRC ਕੰਪਨੀ ਚੈਨਲ ਵਾਲਿਆਂ ਦਾ, ਕਿਉਂਕਿ ਉਹ ਧਾਰਮਿਕ ਸਥਾਨਾਂ ਦੇ ਉੱਤੇ ਕੋਈ ਵੀ ਪਤਾ ਨਹੀਂ ਲੱਗ ਰਿਹਾ, ਉਹ ਸਾਰੇ ਆਪਦੇ TRC ਚੈਨਲ ਰਾਹੀਂ ਦਿਖਾ ਰਹੇ ਨੇ। ਅਤੇ YouTube 'ਤੇ, Facebook 'ਤੇ, ਸਾਰਿਆਂ 'ਤੇ ਇਹ ਪ੍ਰੋਗਰਾਮ ਪਾ ਰਹੇ ਨੇ। TRC ਸਰਦਾਰ ਜਗਤਾਰ ਸਿੰਘ ਜੀ ਕਢਾਣੀ ਦਾ ਮੈਂ ਤਹਿ ਦਿਲੋਂ ਆਪਣੇ ਪਰਿਵਾਰ ਜਗਦੇਵ ਸਿੰਘ ਲਾਲੀ ਮਠਾੜੂ, ਆਪਣੇ ਪਰਿਵਾਰ ਦੇ ਵੱਲੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਇਹ ਅੱਗੇ ਦੀ ਅੱਗੇ ਸਾਨੂੰ ਦਿਖਾ ਰਹੇ ਨੇ।